जी पंजाब हरियाणा हिमाचल ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਦੁਨੀਆਦਾਰੀ ਤੇ ਮੈਂ ਹਾਂ ਰਵਿੰਦਰ ਸਿੰਘ ਰਾਵਲ। ਅਸੀਂ ਹਰ ਹਫਤੇ ਉਹਨਾਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਜਿਹੜੀਆਂ ਦੁਨੀਆ ਵਿੱਚ ਵਾਪਰੀਆਂ ਹੁੰਦੀਆਂ ਹਨ। ਸੋ ਅੱਜ ਦੇ ਪ੍ਰੋਗਰਾਮ ਦੇ ਆਗਾਜ਼ ਵਿੱਚ ਭਾਰਤ ਚੀਨ ਦੇ ਰਿਸ਼ਤਿਆਂ ਦੇ ਉੱਤੇ ਗੱਲ ਕਰਾਂਗੇ। ਇਹ ਠੀਕ ਹੈ ਕਿ ਰਿਸ਼ਤਿਆਂ ਵਿੱਚ ਉਤਾਰ ਚੜਾਵ ਆਉਂਦੇ ਰਹਿੰਦੇ ਹਨ, ਲੇਕਿਨ ਦੋਵਾਂ ਮੁਲਕਾਂ ਦੇ ਰਿਸ਼ਤਿਆਂ 'ਚ ਸਦੀਆਂ ਤੋਂ ਸਾਂਝੇ ਇਤਿਹਾਸ, ਕਲਚਰਲ ਐਕਸਚੇਂਜ ਅਤੇ ਹੁਣ ਵੱਧ ਰਹੇ ਵਪਾਰ ਦੇ ਰਿਸ਼ਤਿਆਂ ਦੇ ਉੱਤੇ ਆਧਾਰਿਤ ਹੈ। ਦੋਵੇਂ ਮੁਲਕ ਕੌਮਾਂਤਰੀ ਪੱਧਰ 'ਤੇ ਮੁੱਖ ਖਿਡਾਰੀ ਹਨ ਅਤੇ ਭਾਵੇਂ ਉਹ ਬ੍ਰਿਕਸ ਹੋਵੇ, G20 ਹੋਵੇ ਜਾਂ ਫਿਰ SCO ਵਰਗੀਆਂ ਕੌਮਾਂਤਰੀ ਪੱਧਰ ਦੀਆਂ ਆਰਗੇਨਾਈਜੇਸ਼ਨਸ, ਦੋਵਾਂ ਮੁਲਕਾਂ ਦੀ ਇਹਨਾਂ ਆਰਗੇਨਾਈਜੇਸ਼ਨਸ ਵਿੱਚ ਇੱਕ ਖਾਸ ਸਥਾਨ ਹੈ। ਹਾਲ ਹੀ ਵਿੱਚ ਦਿੱਲੀ ਵਿਖੇ ਚੀਨ ਦੀ ਐਮਬੈਸੀ ਦੇ ਵਿਹੜੇ ਹੋਏ ਚਾਈਨਾ ਇੰਡੀਆ ਯੂਥ ਡਾਇਲੋਗ ਸਮਾਰੋਹ ਵਿੱਚ ਚੀਨੀ ਰਾਜਦੂਤ ਅੰਬੈਸਡਰ ਸ਼ੂ ਫਿਆਂਗ ਨੇ ਚਾਈਨਾ ਐਂਡ ਇੰਡੀਆ ਟੁਗੇਦਰ ਫॉर ਸ਼ੇਅਰਡ ਫਿਊਚਰ, ਭਾਰਤ ਅਤੇ ਚੀਨ ਦੋਵੇਂ ਰਲ ਕੇ ਕਿਸ ਤਰੀਕੇ ਇਸ ਸਾਂਝੇ ਭਵਿੱਖ ਦਾ ਨਿਰਮਾਣ ਕਰ ਸਕਦੇ ਹਨ ਦੇ ਉੱਤੇ ਗੱਲ ਕਰਦਿਆਂ ਕਿਹਾ ਕਿ ਆਸ ਜਤਾਈ ਕਿ ਦੋਵੇਂ ਮੁਲਕ ਆਉਣ ਵਾਲੇ ਸਮੇਂ 'ਚ ਆਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਗੇ। We should be envoys of the correct perceptions of China and India. As important neighbors, it is crucial for China and India to foster correct perceptions about each other. Certain forces who are unwilling to see the friendly coexistence of our two countries are trying to sow discord between us. They exaggerate the so-called China threat and China crash fallacies and claim that China does not want India to develop, and it is difficult for us to become partners. Some Indian friends only learn about China through Western media reports, many of which are with prejudice. I hope the young people could maintain an open and rational mindset and not be trapped in the information cocoon or misled by negative perspectives. ਅੰਬੈਸਡਰ ਨੇ ਕਿਹਾ ਕਿ ਭਾਰਤ ਅਤੇ ਚੀਨ ਨੇ ਹਜ਼ਾਰਾਂ ਸਾਲਾਂ ਤੋਂ ਗਹਿਰੇ ਸਾਂਸਕ੍ਰਿਤਿਕ ਅਤੇ ਆਰਥਿਕ ਰਿਸ਼ਤੇ ਨਿਭਾਏ ਹਨ ਔਰ ਅੱਜ ਵੀ ਦੋਵੇਂ ਮੁਲਕ ਆਪਣੀ ਨਵੀਂ ਪੀੜ੍ਹੀ ਦੇ ਨਾਲ ਮਿਲ ਕੇ ਨਵੀਂ ਦਿਸ਼ਾ ਵੱਲ ਵੱਧ ਰਹੇ ਹਨ। ਭਾਰਤ ਆਪਣੇ ਡਿਪਲੋਮੈਟਿਕ ਚੈਨਲ ਰਾਹੀਂ ਚੀਨ ਤੋਂ ਮੰਗ ਕਰ ਰਿਹਾ ਹੈ ਕਿ ਚੀਨ ਜਲਦੀ ਤੋਂ ਜਲਦੀ ਕੈਲਾਸ਼ ਸਰੋਵਰ ਦੀ ਯਾਤਰਾ ਨੂੰ ਸ਼ੁਰੂ ਕਰੇ। ਇਹ ਸਿਰਫ ਇੱਕ ਧਾਰਮਿਕ ਅਤੇ ਸਾਂਸਕ੍ਰਿਤਿਕ ਯਾਤਰਾ ਨਹੀਂ ਹੈ, ਇਹ ਪੀਪਲ ਟੂ ਪੀਪਲ ਕੰਟੈਕਟ ਅਤੇ ਮਿਲਾਪ ਦਾ ਪ੍ਰਤੀਕ ਹੈ ਜੋ ਆਪਸੀ ਵਿਸ਼ਵਾਸ ਵਧਾਉਣ ਲਈ ਬਹੁਤ ਜ਼ਰੂਰੀ ਹੈ। ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਦੇ ਰਹੇ ਨੇ ਮੇਰੇ ਸਹਿਯੋਗੀ सिद्धांत सिब्बल। इस वक्त मैं खड़ा हूँ चाइनीज एम्बेसी दिल्ली में और यहाँ एक इवेंट हुआ जिसमें चीन के एम्बेसडर यानी राजदूत ने कहा कि कैसे भारत और चाइना के जो रिश्ते हैं वो अच्छे होने चाहिए। मैं आपको इसका कॉन्टेक्स्ट बताना चाहूँगा। पिछले साल हमने प्रधानमंत्री नरेंद्र मोदी और चीन के राष्ट्रपति शी जिनपिंग के बीच बातचीत देखी थी कजान में। उसके बाद जो दोनों देशों के विदेश मंत्री हैं उनके बीच बातचीत हुई थी, NSA लेवल पे बातचीत हुई थी जो SR लेवल टॉक्स कहते हैं। और कहीं ना कहीं फोकस यही है कि रिश्तों को कैसे अच्छा करा जा सके, क्योंकि गलवान का साया कहीं ना कहीं इस रिश्ते पे है। और हमने देखा कि कैसे गलवान के बाद करीब 4.5 साल तक भारत और चीन के बीच तनातनी चलती रही। अब लग रहा है इस साल कुछ पॉजिटिव और हो सकता है। फोकस है कि कैसे कैलाश मानसरोवर यात्रा जल्द शुरू करी जा सके। चीन चाहता है कि डायरेक्ट फ्लाइट्स हो और चीनियों को मौका मिले भारत आने का। भारत भी चाहेगा कि मार्केट एक्सेस भारत को मिले। तो ये सब बड़े मुद्दे इस बार है कि जो इस साल जो बड़ी चीजें आप एक्सपेक्ट कर सकते हैं भारत चीन रिश्तों के बीच। सिद्धांत सिब्बल, जी पंजाबी के लिए चीनी एम्बेसी नई दिल्ली से। ਚੀਨੀ ਅੰਬੈਸਡਰ ਦੇ ਬਿਆਨ ਡੂਅਲ ਰਿਐਲਿਟੀ ਨੂੰ ਵੀ ਹਾਈਲਾਈਟ ਕਰ ਰਹੇ ਹਨ। ਇੱਕ ਪਾਸੇ ਤੇ ਦੋਵੇਂ ਮੁਲਕ ਇੱਕ ਦੂਜੇ ਲਈ ਹੋਰ ਰਸਤੇ ਖੋਲ੍ਹਣ ਦੀ ਅਤੇ ਗਹਿਰੇ ਸੰਵਾਦ, ਕਲਚਰਲ ਐਕਸਚੇਂਜ ਔਰ ਸਿੱਖਿਆ ਦੇ ਵਿੱਚ ਸਹਿਯੋਗ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਵਕਾਲਤ ਕਰ ਰਹੇ ਹਨ, ਪਰ ਦੂਜੇ ਪਾਸੇ
ਟੈਰੀਟੋਰੀਅਲ ਡਿਸਪਿਊਟਸ ਇਹਨਾਂ ਰਿਸ਼ਤਿਆਂ ਦੇ ਉੱਤੇ ਅਸਰ ਜ਼ਰੂਰ ਪਾ ਰਿਹਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਦਿਨਾਂ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਹੋਈ ਬੈਠਕ ਤੋਂ ਬਾਅਦ ਇਹ ਸਮਝਿਆ ਜਾ ਰਿਹਾ ਹੈ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਗੱਲਬਾਤ ਰਾਹੀਂ ਕੱਢ ਲਿੱਤਾ ਜਾਏਗਾ। ਹਾਲਾਂਕਿ ਅੱਗੇ ਦਾ ਰਸਤਾ ਕੁਝ ਡਿਫਿਕਲਟ ਹੈ, ਪਰ ਲਗਾਤਾਰ ਗੱਲਬਾਤ ਕਰਨ ਨਾਲ ਰਣਨੀਤਿਕ ਸਹਿਯੋਗ ਅਤੇ ਪੀਪਲ ਟੂ ਪੀਪਲ ਸਟਰੋਂਗ ਰਿਲੇਸ਼ਨਸ ਦੋਵਾਂ ਮੁਲਕਾਂ ਵਿੱਚ ਸੰਬੰਧਾਂ ਨੂੰ ਹੋਰ ਸੁਖੇਵੇਂ ਕਰ ਸਕਦਾ ਹੈ।